बहुत भारी नुकसान है जी साडा भी मतलब कि 20% रह गया जी सारा खत्म हो चलिया। खर्चे ਤਾਂ ਜੀ ਵੱਧ ਗਏ ਹੁਣ ਡਾਈ ਮੁਨੀਆ ਕੀ ਰੇਟ ਵੱਧ ਗਿਆ ਯੂਰੀਆ ਸਪਰੇਹਾਂ ਵੱਧ ਗਈਆਂ ਸਾਰੀਆਂ ਸਾਨੂੰ ਐ ਵੀ ਸਾਡਾ ਐਤਕੀ 60 60 70 70 ਹਜ਼ਾਰ ਦਾ ਵੀ ਹੋ ਜੇ ਕਿੱਲੇ 'ਚੋਂ ਬਹੁਤ ਹੈ ਬਹੁਤ ਭਾਰੀ ਨੁਕਸਾਨ ਹੈ ਜੀ। ਵਧੀਆ ਛੋਟੇ ਜ਼ਿਮੀਂਦਾਰ ਤੇ ਸਾਡਾ ਵਧੀਆ ਸੋਹਣਾ ਰੁਜ਼ਗਾਰ ਤੇ ਵਧੀਆ ਟਾਈਮ ਪਾਸ ਹੋ ਰਿਹਾ ਸੀ ਜੀ। ਤੇ ਇਸ ਵਾਰ ਕਾਫੀ ਸਮੇਂ ਦੀ ਲਾ ਲਓ ਮੌਸਮ ਦੀ ਲਾ ਲੈ ਮਾਰ ਬਹੁਤ ਕਾਫੀ ਤਕਰੀਬਨ 80% ਦੇ ਆਸ-ਪਾਸ ਸਾਡਾ ਨੁਕਸਾਨ ਹੈ ਇਸ ਵਾਰ ਜੀ। ਪੰਜਾਬ ਦੇ ਵਿੱਚ ਕਿਸਾਨਾਂ ਨੂੰ ਬਦਲਵੀਂ ਖੇਤੀ ਵੱਲ ਉਤਸ਼ਾਹਿਤ ਕੀਤਾ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਤਾਂ ਜੋ ਝੋਨੇ ਦੇ ਚੱਕਰ 'ਚੋਂ ਬਾਹਰ ਨਿਕਲਿਆ ਜਾ ਸਕੇ। ਪਰ ਕੁਝ ਅਗਾਂਹ ਵਧੂ ਕਿਸਾਨ ਇਸ ਤਰ੍ਹਾਂ ਦੇ ਵੀ ਨੇ ਜੋ ਪਹਿਲਾਂ ਤੋਂ ਤਜਰਬੇ ਕਰ ਰਹੇ ਨੇ, ਪਰ ਲੇਕਿਨ ਉਹਨਾਂ ਦੇ ਤਜਰਬੇ ਜ਼ਿਆਦਾਤਰ ਫੇਲ ਸਾਬਤ ਹੋ ਰਹੇ ਨੇ। ਫੇਲ ਇਸ ਲਈ ਸਾਬਤ ਹੋ ਰਹੇ ਨੇ ਕਿਉਂਕਿ ਨੁਕਸਾਨ ਉਹਨਾਂ ਨੂੰ ਵੱਡਾ ਹੋ ਰਿਹਾ। ਅੱਜ ਤੁਹਾਨੂੰ ਜ਼ਿਲ੍ਹਾ ਸੰਗਰੂਰ ਦਾ ਇੱਕ ਇਸ ਤਰ੍ਹਾਂ ਦਾ ਕਿਸਾਨ ਨੂੰ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਬਦਲਵੀਂ ਖੇਤੀ ਕੀਤੀ, ਇਸ ਝੋਨੇ ਦੇ ਚੱਕਰ 'ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਪਰ ਹੁਣ ਅੱਜ ਦੀ ਡੇਟ ਦੇ ਵਿੱਚ ਨੁਕਸਾਨ ਲੱਖਾਂ ਦੇ ਵਿੱਚ ਹੋ ਰਿਹਾ ਹੈਗਾ। ਲੱਖਾਂ ਦਾ ਨੁਕਸਾਨ ਝੱਲਣਾ ਇੱਕ ਕਿਸਾਨ ਦੇ ਲਈ ਬੇਹੱਦ ਮੁਸ਼ਕਿਲ ਹੈ ਕਿਉਂਕਿ ਨਾ ਤਾਂ ਉਸ ਦੀ ਫਸਲ ਦੇ ਉੱਪਰ ਕੋਈ ਇੰਸ਼ੋਰੈਂਸ ਦਿੰਦੀ ਆ ਸਰਕਾਰ, ਨਾ ਇਸ ਤਰ੍ਹਾਂ ਦੀ ਕੋਈ ਪਾਲਿਸੀ ਆ, ਨਾ ਹੀ ਉਸ ਦਾ ਜਿਹੜਾ ਘਾਟਾ ਪੈ ਰਿਹਾ ਜਿਹੜਾ ਉਸਨੂੰ ਉਸ ਦੀ ਭਰਪਾਈ ਕਿਸੇ ਹੋਰ ਤਰੀਕੇ ਨਾਲ ਹੋ ਸਕਦੀ ਆ। ਪਹਿਲਾਂ ਤੁਸੀਂ ਇਹ ਤਸਵੀਰਾਂ ਦੇਖੋ, ਇਹ ਪਿਆਜ਼ ਦੀ ਖੇਤੀ ਹੋ ਰਹੀ ਆ, ਪਿਆਜ਼ ਦਾ ਬੀਜ ਤਿਆਰ ਹੋ ਰਿਹਾ। ਇਹ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਇਹ ਇਸ ਸਮੇਂ ਕਿਸਾਨ ਵੱਲੋਂ ਆਪਣੇ ਖੇਤ ਦੇ ਵਿੱਚ ਜਿਹੜਾ ਇਹ ਪਿਆਜ਼ ਜਿਹੜੀ ਖੇਤੀ ਕੀਤੀ ਕੇ ਲਗਾਇਆ ਗਿਆ, ਜਿਹੜਾ ਇਸ ਦੇ ਉੱਪਰ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਬੀਜ ਹੈ। ਇਸ ਤੋਂ ਪਿਆਜ਼ ਦਾ ਜਿਹੜਾ ਬੀਜ ਤਿਆਰ ਹੁੰਦਾ ਤਾਂ ਪਿੱਛੇ ਜਿਹੜੀ ਇਸ ਦੀ ਤੜਵਾਈ ਹੈ ਜਿਹੜੀ ਉਹ ਹੋ ਰਹੀ ਆ ਬੀਜ ਦੀ। ਤੁਸੀਂ ਦੇਖ ਸਕਦੇ ਹੋ ਕਿ ਲੇਬਰ ਆ ਜਿਹੜੀ ਉਹ ਲੱਗੀ ਹੋਈ ਆ ਕਿਉਂਕਿ ਹੁਣ ਇਸ ਸਮੇਂ ਇਸ ਫਸਲ ਦੇ ਉੱਪਰ ਜਿਹੜਾ ਬੀਜ ਪੂਰੀ ਤਰ੍ਹਾਂ ਨਾਲ ਤਿਆਰ ਹੋ ਚੁੱਕਿਆ ਹੈਗਾ। ਖੇਤ ਦੇ ਵਿੱਚ ਲੇਬਰ ਲੱਗੀ ਆ ਪਰ ਇਸ ਦੀ ਕਾਸ਼ਤ ਦੇ ਉੱਪਰ ਕਾਫੀ ਵੱਡਾ ਖਰਚ ਆਉਂਦਾ ਹੈਗਾ। ਸ਼ਾਇਦ ਇਸ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਕਿਉਂਕਿ ਦੋ ਕਿਸਾਨ ਮੇਰੇ ਨਾਲ ਨੇ, ਉਹਨਾਂ ਨਾਲ ਗੱਲਬਾਤ ਵੀ ਕਰਾਵਾਂਗੇ। ਦੋਨਾਂ ਕਿਸਾਨਾਂ ਨੇ ਕੁਝ ਅਲੱਗ ਕਰਨ ਦੀ ਕੋਸ਼ਿਸ਼ ਦੇ ਵਿੱਚ 7 ਦੇ ਕਰੀਬ 7-7 ਕਿੱਲੇ ਨੇ ਜਿਹੜੇ 7-7 ਏਕੜ ਜਿਹੜੀ ਆ ਉਹ ਉਸ ਦੇ ਵਿੱਚ ਇਸ ਦੀ ਖੇਤੀ ਕੀਤੀ ਆ। ਪਰ ਲੇਕਿਨ ਹੁਣ ਇਹਨਾਂ ਨੂੰ ਨੁਕਸਾਨ ਆ ਜਿਹੜਾ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ 4 ਲੱਖ ਦੇ ਲਗਭਗ ਜਿਹੜਾ ਨੁਕਸਾਨ ਜਿਹੜਾ ਉਹ ਹੋ ਰਿਹਾ ਹੈਗਾ। ਕਹਿ ਲਿਆ ਜਾਵੇ ਸਿੱਧਾ ਹਿਸਾਬ ਦੇ ਨਾਲ ਕਿ ਇੱਕ ਕਿਸਾਨ ਨੂੰ 25 ਤੋਂ 30 ਲੱਖ ਰੁਪਏ ਦਾ ਨੁਕਸਾਨ ਜਿਹੜਾ ਕਿ ਇੱਕ ਕਿਸਾਨ ਦੇ ਲਈ ਝੱਲਣਾ ਬੜਾ ਮੁਸ਼ਕਲ ਹੈਗਾ ਕਿਉਂਕਿ ਜਿਵੇਂ ਇਸ ਵਾਰ ਪੂਰੇ ਪੰਜਾਬ ਦੇ ਵਿੱਚ ਕਣਕ ਦੀ ਜਿਹੜੀ ਫਸਲ ਹੈ ਉਸ ਦਾ ਵੱਡੇ ਪੱਧਰ ਦੇ ਉੱਪਰ ਨੁਕਸਾਨ ਹੋਇਆਗਾ। ਝਾੜ ਦੇ ਉੱਪਰ ਮੌਸਮ ਦਾ ਅਸਰ ਪਿਆ, ਗਰਮੀ ਹੋਣ ਦੇ ਚੱਲਦੇ ਜਿਹੜਾ ਦਾਣਾ ਜਿਹੜਾ ਉਹ ਪ੍ਰੋਪਰ ਨਹੀਂ ਬਣ ਪਾਇਆ ਤਾਂ ਇੱਕ ਕਿਸਾਨ ਨੂੰ ਕਣਕ ਦੀ ਫਸਲ ਦੇ ਵਿੱਚ ਵੀ ਵੱਡਾ ਨੁਕਸਾਨ ਜਿਹੜਾ ਝੱਲਣਾ ਪਿਆਗਾ ਜਿਸ ਪਹਿਲਾਂ ਦੇ ਮੁਕਾਬਲੇ ਕਿਉਂਕਿ 10 ਸਾਲਾਂ ਦੇ ਪਿੱਛੇ ਦੇਖਿਆ ਗਿਆ ਕਿ ਗਰਮੀ ਜ਼ਿਆਦਾ ਪੈਦਾ ਹੋਣ ਦੇ ਚੱਲਦੇ ਕਣਕ ਦਾ ਜਿਹੜੀ ਉਹ ਗਰੋਥ ਆ ਜਿਹੜੀ ਉਹ ਨਹੀਂ ਹੋ ਸਕੀ। ਉਸੇ ਤਰੀਕੇ ਦੀ ਮੌਸਮ ਦੀ ਮਾਰ ਇਸ ਫਸਲ ਦੇ ਉੱਪਰ ਵੀ ਪਈ ਆ। ਜਿਹੜਾ ਇਹ ਫੁੱਲ ਤੁਸੀਂ ਦੇਖ ਰਹੇ ਹੋਗੇ ਜਿਹੜਾ ਬੀਜ ਇਸ ਦੇ ਉੱਪਰ ਆਇਆ, ਆਮ ਤੌਰ 'ਤੇ ਪੂਰੇ ਦਾ ਪੂਰਾ ਇਹ ਜਿਹੜਾ ਭਰ ਜਾਂਦਾ ਸੀ ਕਿਸਾਨ ਦੇ ਅਨੁਸਾਰ। ਇਸ ਦੇ ਵਿੱਚ ਜਿਹੜੇ ਬੀਜ ਨੇ ਜਦੋਂ ਇਸ ਨੂੰ ਮਸਲਣ ਦੇ ਨਾਲ ਕਾਫੀ ਮਿਹਨਤ ਤੋਂ ਬਾਅਦ ਜਿਹੜਾ ਬੀਜ ਤਿਆਰ ਹੁੰਦਾ ਜਿਸ ਤੋਂ ਬਾਅਦ ਅੱਗੇ ਪਿਆਜ਼ ਦੀ ਜਿਹੜੀ ਪਨੀਰੀ ਹੈ ਉਹ ਤਿਆਰ ਹੁੰਦੀ ਹੈ, ਅੱਗੇ ਕਿਸਾਨਾਂ ਨੂੰ ਵੇਚੀ ਜਾਂਦੀ ਹੈ ਤਾਂ ਉਹ ਇਸ ਦੇ ਵਿੱਚ ਬੀਜ ਜਿਹੜਾ ਬਿਲਕੁਲ ਖਤਮ ਦੇ ਮੁਕਾਬਲੇ ਆ ਅਗਰ ਕਹਿ ਸਕਦੇ ਹਾਂ ਤਾਂ 100 ਦੇ ਵਿੱਚੋਂ ਜੇ ਅਗਰ ਪਹਿਲਾਂ 100 ਦਾਣਾ ਨਿਕਲਦਾ ਸੀ ਤਾਂ ਉਸ ਦੇ ਵਿੱਚੋਂ ਹੁਣ ਕਰੀਬ 15 ਦਾਣੇ 15 ਤੋਂ ਲੈ ਕੇ 20 ਦਾਣੇ ਹੀ ਜਿਹੜੇ ਕਹਿ ਸਕਦੇ ਬੀਜ ਨੇ ਜਿਹੜੇ ਉਸ ਫੁੱਲ ਦੇ ਵਿੱਚੋਂ ਨਿਕਲ ਰਹੇ ਨੇ। ਗੱਲਬਾਤ ਕਰਾਂਗੇ। ਸਰ ਕੀ ਨਾਮ ਹੈ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਂ ਸਾਰੀ ਟੀਮ ਦਾ ਬਹੁਤ ਧੰਨਵਾਦ। ਮੇਰਾ ਨਾਮ ਹੈ ਜੀ ਬਲਰਾਜ ਸਿੰਘ ਹੀਰਾ। ਬਲਰਾਜ ਜੀ, ਬਦਲਵੀਂ ਖੇਤੀ ਕੀਤੀ ਤੁਸੀਂ ਨੇ, ਹਾਂਜੀ, ਪਰ ਹੁਣ ਸਮਝਾਓ ਕਿ ਕਿਸ ਤਰ੍ਹਾਂ ਲੱਖਾਂ ਦਾ ਨੁਕਸਾਨ ਹੋ ਰਿਹਾ ਹੈਗਾ। ਬਹੁਤ ਭਾਰੀ ਨੁਕਸਾਨ ਹੈ ਜੀ ਸਾਡਾ ਵੀ ਮਤਲਬ ਕਿ 20% ਰਹਿ ਗਿਆ ਜੀ ਸਾਰਾ ਖਤਮ ਹੋ ਚੱਲਿਆ ਤੇ ਕਾਫੀ 2-3 ਤੁਸੀਂ ਇਹ ਖੇਤੀ ਕਰ ਰਹੇ ਆ। ਮੇਰਾ ਦੋਸਤ ਹੈ ਜੋਧਾ ਸਿੰਘ ਜੀ ਉਲਖ ਪਿੰਡ ਬਿਸਮਣਾ ਖੋਖਰ ਤੋਂ ਤੇ ਅਸੀਂ ਰਲ ਮਿਲ ਕੇ ਕਰ ਰਹੇ ਆ, ਬਹੁਤ ਕੋਸ਼ਿਸ਼ ਕਰ ਰਹੇ ਆ ਵੀ ਅਸੀਂ ਗਰਮੀ ਵਾਲਾ ਬੀਜ ਵੀ ਤਿਆਰ ਖਾਓ ਮਤਲਬ ਕਿਸ ਤਰ੍ਹਾਂ ਕਿੰਨਾ ਕੁ ਬੀਜ ਦੇ ਵਿੱਚ ਤੁਸੀਂ ਇਹਨੂੰ ਮਸਲ ਦਿਓ ਕਿਸ ਤਰ੍ਹਾਂ? ਇੱਕ ਤਾਂ ਜੀ 20% ਸਾਨੂੰ ਪੂਰਤੀ ਹੋ ਜੇ ਤਾਂ ਬਹੁਤ ਚੰਗੀ ਗੱਲ ਹੈ ਜੀ। ਆਹ ਦੇਖੋ ਸਾਰਾ ਬੀਜ ਖਤਮ ਹੋ ਗਿਆ ਜੀ। ਖਤਮ ਕਰਿਆ ਜਿਹੜੇ ਕਾਲੇ ਰੰਗ ਦਾ ਬੀਜ ਹੈ ਇਹ ਦਿਖਾਈ ਦੇ ਰਿਹਾ। ਹਾਂਜੀ ਬਸ, ਨਹੀਂ ਇਹ 'ਚ 100 ਦਾਣਾ ਨਿਕਲਣ ਦੀ। ਹੁਣ ਦੇਖ ਸਕਦੇ ਹੋ ਕਿ ਜਿਵੇਂ ਇੱਕ ਫੁੱਲ ਜਿਹੜਾ ਉਹ ਕੱਢਿਆ ਗਿਆ ਤਾਂ ਇਸ ਵਿੱਚੋਂ ਗਿਣਵੇਂ 1 2 3 4 5 ਕੁੱਲ 15 ਕ ਦਾਣੇ ਤੁਹਾਨੂੰ 15 ਕ ਜਿਹੜੇ ਬੀਜ ਨੇ
ਜਿਹੜੇ ਉਹ ਦਿਖਾਈ ਦੇ ਰਹੇ ਨੇ, ਜਿਹੜਾ ਕਿ ਪਹਿਲਾਂ ਮੰਨਣਾ ਸੀ ਕਿ ਇਸ ਦੇ ਵਿੱਚੋਂ 100 ਤੋਂ 150 ਦੇ ਕਰੀਬ ਜਿਹੜਾ ਬੀਜ ਨਿਕਲਦਾ। ਹਾਂਜੀ 100 ਤੋਂ 150 ਪਹਿਲਾਂ ਬਹੁਤ ਵਧੀਆ ਚੱਲਦਾ ਸੀ। ਅਸੀਂ ਥੋੜ੍ਹਾ ਜਿਹਾ ਕੰਮ ਐਤਕੀ ਵਧਾਇਆ ਵੀ ਸਾਡੇ ਕੋਲ ਲੇਬਰ ਹੈ, ਵੀ ਸਾਨੂੰ ਖੁਸ਼ੀ ਹੁੰਦੀ ਹੈ ਵੀ ਲੇਬਰ ਨੂੰ ਰੋਟੀ ਪਾਣੀ ਛਕਾਉਂਦੇ ਆ। ਬਹੁਤ ਸਾਡੇ ਨਾਲ ਲੋਕ ਜੁੜੇ ਨੇ, ਰੁਜ਼ਗਾਰ ਚੱਲਦਾ ਹੈ ਤੇ ਹੁਣ ਸਾਡਾ ਥੋੜ੍ਹਾ ਜਿਹਾ ਮਨ ਫਿੱਕਾ ਪੈਂਦਾ ਜਾਂਦਾ ਹੈ। ਅੱਛਾ, ਪਹਿਲਾਂ ਕਿੰਨੀ ਕੁ ਕਮਾਈ ਹੋ ਜਾਂਦੀ ਸੀ ਪਿਛਲੀ ਵਾਰ ਜਦੋਂ ਤੁਸੀਂ ਬੀਜਿਆ ਸੀ? ਸਾਨੂੰ ਕਿੱਲੇ 'ਚੋਂ ਕਮਾਈ ਹੁੰਦੀ 3.5-4 ਲੱਖ ਰੁਪਏ ਸਮੇਤ ਖਰਚਾ ਮਤਲਬ ਕਿ ਕੱਢ ਕੇ ਵੀ 2-2.5 ਲੱਖ ਰੁਪਏ ਆਰਾਮ ਨਾਲ ਬਚ ਰਹੇ ਸੀ। ਥੋੜਾ ਖਰਚਾ ਵੀ ਹੁਣ ਖਰਚਾ ਤਾਂ ਉੱਥੇ ਹੀ ਖੜਾ ਹੈ। ਖਰਚੇ ਦਾ ਜੀ ਵੱਧ ਕੇ ਹੁਣ ਡਾਈ ਮੂਨੀਆ ਕੀ ਰੇਟ ਵੱਧ ਗਿਆ, ਯੂਰੀਆ ਸਪਰੇਹਾਂ ਵੱਧ ਗਈਆਂ ਸਾਰੀਆਂ। ਸਾਨੂੰ ਐ ਵੀ ਸਾਡਾ ਕੀ 60-70 ਹਜ਼ਾਰ ਦਾ ਵੀ ਹੋ ਜੇ ਕਿੱਲੇ 'ਚੋਂ ਬਹੁਤ ਹੈ, ਬਹੁਤ ਭਾਰੀ ਨੁਕਸਾਨ ਹੈ ਜੀ। ਅੱਛਾ, ਫਿਰ ਹੁਣ ਕਿਵੇਂ ਦੇਖਦੇ ਹੋ, ਕਿਉਂਕਿ ਫਸਲ ਦੀ ਗੱਲ ਆਪਾਂ ਕਰਦੇ ਹਾਂ, ਹੁਣ ਪੱਕ ਕੇ ਬਿਲਕੁਲ ਤਿਆਰ ਹੋ ਚੁੱਕੀ ਆ, ਤਾਂ ਫਿਰ ਐਡਾ ਵੱਡਾ ਜਿਹੜਾ ਘਾਟਾ ਹੈਗਾ ਉਹ ਕਿਵੇਂ ਚੱਲੋਗੇ? ਨਾਲ ਦੀ ਨਾਲ ਗੱਲਬਾਤ ਕਰਦੇ ਜਾਂਦੇ, ਤੁਸੀਂ ਦੇਖਦੇ ਜਾਓ। ਹਾਂਜੀ, ਚਲੋ ਘਾਟਾ ਦਾ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਜੀ, ਹੋਰਾਂ ਫਸਲਾਂ ਤੋਂ ਸਾਨੂੰ ਦੇਵੇ। ਹੁਣ ਕਿਸੇ ਦੇ ਸਹਾਰੇ ਨਹੀਂ, ਇਹ ਗਰਮੀ ਪੈਣ ਦੇ ਕਾਰਨ ਸਾਰਾ ਕੁਝ ਹੋਇਆ ਜੀ। ਚਲੋ ਜੇ ਲਾਈਟ ਨਹੀਂ ਆਉਂਦੀ ਸੀ, ਜਨਰੇਟਰਾਂ ਨਾਲ ਪਾਣੀ ਲਾ ਲਿਆ ਤੇ ਉਹ ਵੀ ਸਾਰਾ ਕੁਝ ਕਰ ਲਿਆ। ਹੁਣ ਜਦੋਂ ਐਂਡ ਤੇ ਆ ਕੇ ਗਰਮੀ ਪੈ ਗਈ, ਗਰਮੀ ਨੇ ਐਸੀ ਦੇਸੀ ਕਰਤੀ, ਕਿਸਾਨਾਂ ਤੇ ਬਹੁਤ ਜ਼ਿਆਦਾ ਬੋਝ ਐਤਕੀ ਜੀ, ਤੇ ਕਣਕ ਵੀ ਨਹੀਂ ਨਿਕਲੀ ਤੇ ਸੀਡ ਤਾਂ ਜਮੀ ਖਤਮ ਹੋ ਗਈ। ਸਰ ਤੁਹਾਡਾ ਕੀ ਨਾਮ ਹੈ ਜੀ? ਹਾਂਜੀ, ਸਤਿ ਸ੍ਰੀ ਅਕਾਲ ਜੀ। ਮੈਂ ਜੋਧਾ ਸਿੰਘ ਔਲਖ ਜੀ, ਪਿੰਡ ਬਿਸ਼ਨਪੁਰਾ ਖੋਖਰ। ਔਲਖ ਜੀ, ਤੁਸੀਂ ਇੱਕ ਵੱਡਾ ਰਿਸਕ ਲੈ ਕੇ ਕਹਿ ਸਕਦੇ ਹਾਂ ਕਿ ਬਦਲਵੀਂ ਖੇਤੀ ਵੱਲ ਕੀਤਾ, ਕਿਉਂਕਿ ਆਮ ਤੌਰ ਤੇ ਕਿਸਾਨ ਉਹ ਖੇਤੀ ਨਹੀਂ ਕਰਦਾ ਜਿਹਦੇ ਵਿੱਚ ਰਿਸਕ ਹੋਵੇ, ਤਾਂ ਹੀ ਉਹ ਲੋਕ ਕਣਕ ਝੋਨੇ ਦੇ ਚੱਕਰਾਂ 'ਚ ਬਾਹਰ ਨਹੀਂ ਨਿਕਲਦੇ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਜਿਹੜਾ ਝੋਨਾ ਹੈਗਾ ਉਹ 7 ਕੁਇੰਟਲ ਜਾਂ 8 ਕੁਇੰਟਲ ਦਾ ਜਾਂ 5-6 ਕੁਇੰਟਲ ਦਾ ਨਿਕਲ ਆਏਗਾ। ਪਰ ਤੁਸੀਂ ਬਦਲਵੀਂ ਖੇਤੀ ਕਰੀ, ਹੁਣ ਇੱਥੋਂ ਕਿਸ ਤਰ੍ਹਾਂ ਦਾ ਨੁਕਸਾਨ ਚੱਲ ਰਿਹਾ? ਨੁਕਸਾਨ ਦੇਖੋ ਜੀ ਕਾਫੀ ਹੈ। ਸਰਕਾਰਾਂ ਕਹਿੰਦੀਆਂ ਨੇ ਵੀ ਬਦਲਵੀਂ ਖੇਤੀ ਕਰੋ ਜੀ। ਅਸੀਂ ਬਦਲਵੀਂ ਖੇਤੀ 20 ਸਾਲ ਤੋਂ ਲਗਭਗ ਕਰਦੇ ਆ ਰਹੇ ਜੀ। ਮੈਂ ਇੱਕ ਛੋਟਾ ਜਿਹਾ ਜ਼ਿਮੀਂਦਾਰ ਹਾਂ ਜੀ, ਤਕਰੀਬਨ ਠੇਕੇ ਤੇ ਲੈ ਕੇ 70-72 ਹਜ਼ਾਰ ਰੁਪਇਆ ਸਾਡੇ ਪਿੰਡ ਦਾ ਠੇਕਾ ਹੈ ਜੀ। 72 ਹਜ਼ਾਰ ਰੁਪਏ ਠੇਕੇ ਤੇ ਲੈ ਕੇ ਮੈਂ 10-12 ਏਕੜ ਠੇਕੇ ਤੇ ਲਿੱਤੀ ਹੋਈ ਜੀ। 5-4 ਕਿੱਲੇ ਆਪਣੇ ਘਰ ਦੇ ਨੇ ਜੀ। ਅਸੀਂ 7 ਏਕੜ ਪਿਆਜ਼ ਦਾ ਸੀਡ ਲਾਇਆ ਤੀ ਜੀ। ਅੱਗੇ ਸਾਨੂੰ ਤਕਰੀਬਨ ਲਗਭਗ ਇਹ 2 ਕੁਆਂਟਲ ਦੇ ਆਸ-ਪਾਸ ਸੀਡ ਹੋ ਜਾਂਦਾ ਜੀ। ਇੱਕ ਏਕੜ ਦੇ ਵਿੱਚ 1 ਏਕੜ ਦੇ ਵਿੱਚ 2 ਕੁਆਂਟਲ ਦੇ ਆਸ-ਪਾਸ ਸੀਡ ਹੋ ਜਾਂਦੀ। ਤਕਰੀਬਨ ਸਾਡਾ 2000-2500 ਰੁਪਏ ਦੇ ਆਸ-ਪਾਸ ਇਹ ਸੇਲ ਹੋ ਜਾਂਦੀ ਆ। ਕਿਲੋ? ਹਾਂ, ਕਿਲੋ ਜੀ। ਤੇ ਵਧੀਆ ਛੋਟੇ ਜ਼ਿਮੀਂਦਾਰ ਤੇ ਸਾਡਾ ਵਧੀਆ ਸੋਹਣਾ ਰੁਜ਼ਗਾਰ ਤੇ ਵਧੀਆ ਟਾਈਮ ਪਾਸ ਹੋ ਰਿਹਾ ਦੀ ਜੀ। ਤੇ ਇਸ ਵਾਰ ਕਾਫੀ ਸਮੇਂ ਦੀ ਲਾ ਲਓ, ਮੌਸਮ ਦੀ ਲਾ ਲੈ ਮਾਰ, ਬਹੁਤ ਕਾਫੀ ਤਕਰੀਬਨ 80% ਦੇ ਆਸ-ਪਾਸ ਸਾਡਾ ਨੁਕਸਾਨ ਹੈ ਇਸ ਵਾਰ ਜੀ। ਤੇ ਅਸੀਂ ਇਹੀ ਚਾਹੁੰਦੇ ਤੇ ਸਰਕਾਰਾਂ ਦੇ ਹਿਸਾਬ ਕਿਤਾਬ ਨਾਲ ਵੀ ਅਸੀਂ ਬਦਲਵੀਂ ਖੇਤੀ ਕਰੀਏ, ਤੇ ਬਦਲਵੀਂ ਖੇਤੀ ਦੇ ਨਾਲ ਅਸੀਂ ਇਹ ਕੰਮ ਸ਼ੁਰੂ ਕਰਿਆ ਦੀ, ਨਾਲ ਵੈਜੀਟੇਬਲ ਦਾ ਤੇ ਨਾਲ ਸੀਡ ਦੀ ਪ੍ਰੋਡਕਸ਼ਨ ਕਰਨੀ। ਅੱਛਾ, ਤੁਸੀਂ ਨਾਲ ਹੋਰ ਕਿਹੜੀ ਖੇਤੀ ਕਰਦੇ? ਮੈਂ ਉਸ ਸਵਾਲ ਤੇ ਆ ਰਿਹਾ ਸੀ। ਤੁਸੀਂ ਇੱਕ ਤਾਂ ਪਿਆਜ਼ ਦਾ ਬੀਜ ਤਿਆਰ ਕਰ ਰਹੇ ਹੋ, ਤਾਂ ਹੋਰ ਕਿਹੜੀਆਂ ਚੀਜ਼ਾਂ? ਅਸੀਂ ਸ਼ਿਮਲਾ ਮਿਰਚ ਉਗਾ ਰਹੇ ਹਾਂ ਜੀ, ਲੋਹ ਟਨ ਥੱਲੇ, ਤੇ ਆਪਣਾ ਜੀ ਖੀਰਾ ਲਾ ਰਹੇ ਹਾਂ ਜੀ, ਤੇ ਕਰੇਲਾ, ਘੀਆ, ਕੱਦੂ, ਇਹ ਤੇ ਨਾਲ ਅਸੀਂ ਚੱਪਣ ਕੱਦੂ, ਇਹ ਖੇਤੀਆਂ ਨਾਲ ਵੈਜੀਟੇਬਲੀਆਂ ਨਾਲ ਜਿਵੇਂ ਹੁਣ ਵੱਡਾ ਨੁਕਸਾਨ ਤੁਸੀਂ ਕਹਿ ਰਹੇ ਹੋ, ਕਿਉਂਕਿ 80% ਤੱਕ ਨੁਕਸਾਨ ਹੋ ਚੁੱਕਿਆ ਹੈਗਾ ਇਸ ਫਸਲ ਦਾ, ਤਾਂ ਫਿਰ ਇਸ ਦੀ ਭਰਪਾਈ ਕਰਨੀ ਕਿੰਨੀ ਕੁ ਮੁਸ਼ਕਲ ਹੈ? ਕਿਉਂਕਿ ਜਿਵੇਂ ਤੁਸੀਂ ਤਾਂ ਠੇਕੇ ਦੇ ਉੱਪਰ ਜ਼ਮੀਨ ਲੈਤੀ ਹੈ, 12-13 ਏਕੜ ਤੁਸੀਂ ਕਹਿ ਰਹੇ ਹੋ, 7 ਏਕੜ ਪਿਆਜ਼ ਦੀ ਖੇਤੀ ਠੇਕੇ ਤੇ ਲੈ ਕੇ ਕਰ ਰਹੇ ਹੋ। ਬਹੁਤ ਮੁਸ਼ਕਲ ਹੈ ਜੀ, ਬਹੁਤ ਮੁਸ਼ਕਲ ਹੈ। ਤੇ ਬਾਕੀ ਪੰਜਾਬ ਸਰਕਾਰ ਨੂੰ ਸਾਡੀ ਬੇਨਤੀ ਹੈ ਜੀ ਵੀ ਸਾਡੇ ਜਿਹੜੇ ਛੋਟੇ ਜ਼ਿਮੀਂਦਾਰ ਨੇ ਇਹਨਾਂ ਕਨ ਥੋੜ੍ਹਾ ਜਿਹਾ ਧਿਆਨ ਦੇਣਾ ਚਾਹੀਦਾ ਹੈ, ਤੇ ਅਸੀਂ ਬਦਲਵੀਂ ਖੇਤੀ ਕਰੀਏ। ਇਸ ਟਾਈਮ ਜਿਵੇਂ ਅਪ੍ਰੈਲ ਮਈ 'ਚ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਜੀ ਸਾਡੇ ਖੇਤਾਂ ਨੂੰ, ਤੇ ਸਰਕਾਰਾਂ ਲਾਈਟ ਨਹੀਂ ਦੇ ਰਹੀਆਂ ਜੀ। ਸਾਡੇ ਤਕਰੀਬਨ ਜਨਰੇਟਰ ਚੱਲ ਰਹੇ ਨੇ ਜੀ, ਕਾਫੀ 10-10 ਲੀਟਰ 8-8 ਲੀਟਰ ਡੀਜ਼ਲ ਖਪ ਰਿਹਾ ਜੀ, ਤੇ ਸਾਨੂੰ ਬਹੁਤ ਖਰਚੇ ਨੇ। ਬਾਕੀ ਪੰਜਾਬ ਸਰਕਾਰ ਵੱਲੋਂ ਸਾਨੂੰ ਕੋਈ ਐਡੀਆਂ ਵਧੀਆ ਸਹੂਲਤਾਂ ਜਿਹੜੇ ਬਦਲਵਾਂ ਖੇਤੀ ਕਰਦੇ, ਇਸ ਤਰ੍ਹਾਂ ਦੀ ਅਗਰ ਖੇਤੀ ਕਿਸਾਨ ਕਰਦਾ ਹੈ, ਬਦਲਵੀਂ ਖੇਤੀ ਦੇ ਵੱਲ ਕਿਸਾਨ ਜਾਂਦੇ ਨੇ, ਤਾਂ ਉਸ ਨੂੰ ਉਤਸ਼ਾਹਿਤ ਕਰਨ ਦੇ ਲਈ ਸਿਰਫ ਇੱਕ ਇਕੱਲੀ ਸ਼ਾਬਾਸ਼ੀ ਤੋਂ ਬਿਨਾਂ ਕਹਿ ਸਕਦੇ ਹਾਂ ਕਿ ਸਰਟੀਫਿਕੇਟ ਤੋਂ ਬਿਨਾਂ ਉਸ ਨੂੰ ਸਹੂਲਤਾਂ ਦੇਣੀਆਂ ਚਾਹੀਦੀਆਂ ਨੇ। ਸਰਟੀਫਿਕੇਟ ਤਾਂ ਚਲੋ ਉਸਨੇ ਕੰਮ ਕਰਿਆ ਹੈਗਾ ਉਹ ਠੀਕ ਹੈ, ਪਰ ਲੇਕਿਨ ਉਹ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਸ ਫਸਲ ਦੇ ਉੱਪਰ ਕੋਈ ਬੀਮਾ ਹੋਵੇ ਇਸ ਦਾ ਫਸਲ ਦਾ, ਜਾਂ ਕਿਸਾਨ ਨੂੰ ਲੱਗੇ ਕਿ ਅਗਰ ਕੋਈ ਕੁਦਰਤੀ ਕਰੋਪੀ ਆਈ ਹੈ, ਕੋਈ ਚੀਜ਼ ਆਈ ਆ, ਤਾਂ ਉਸ ਦਾ ਥੋੜ੍ਹਾ ਬਹੁਤ ਨੁਕਸਾਨ ਹੈ ਜਿਹੜਾ ਸਰਕਾਰ ਚੱਲ ਰਹੀ ਹੈ। ਬਾਕੀ ਸਰਕਾਰਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਇਹ 'ਤੇ ਬੀਮਾ ਕੀਤਾ ਜਾਵੇ, ਛੋਟੇ ਜ਼ਿਮੀਂਦਾਰਾਂ 'ਤੇ ਕਨੀ ਧਿਆਨ ਦਿੱਤਾ ਜਾਵੇ, ਕਿਉਂ ਇਹ ਜਿਹੜੀ ਬਦਲਵੀਂ ਖੇਤੀ ਹੈ ਇਹ ਸਾਰੇ ਛੋਟੇ ਜ਼ਿਮੀਂਦਾਰ ਕਰ ਰਹੇ ਨੇ ਜੀ। ਭਰਪਾਈ ਹੋਣੀ ਚਾਹੀਦੀ ਹੈ, ਛੋਟੇ ਜ਼ਿਮੀਂਦਾਰ ਵਾਸਤੇ ਬਹੁਤ ਵੱਡੀ ਇਹ ਸਮੱਸਿਆ ਜੀ। ਤੇ ਬਾਕੀ ਜਿਵੇਂ ਹੁਣ ਆਪਾਂ ਨੂੰ ਸੋਲਰ ਪਲਾਂਟ ਨਹੀਂ, ਜ਼ਿਲ੍ਹੇ ਸੰਗਰੂਰ 'ਚ ਕੋਈ ਸੋਲਰ ਪਲਾਂਟ ਨਹੀਂ ਦੇ ਰਹੇ ਜੀ। ਸੋਲਰ ਪਲਾਂਟ ਦੇਣ ਸਾਨੂੰ, ਖੇਤਾਂ ਨੂੰ ਅਸੀਂ ਪਾਣੀ ਲਾ ਸਕੀਏ। ਸਾਡੀਆਂ ਲਾਈਟ ਤੋਂ ਬਿਨਾਂ ਫਸਲਾਂ ਬਰਬਾਦ ਹੋਣ ਲੱਗ ਰਹੀਆਂ ਨੇ, ਕਾਫੀ ਖਰਚੇ ਪੈ ਰਹੇ ਨੇ ਜੀ। ਇਸ ਵੱਲ ਧਿਆਨ ਦੇ। ਬਾਕੀ ਸਰਟੀਫਿਕੇਟ ਵੀ ਉਹਨਾਂ ਨੂੰ ਦਿੱਤੇ ਜਾਂਦੇ ਨੇ ਜਿਹੜੇ ਕੋਈ ਕੰਮ ਜਾਂ ਮਿਹਨਤ ਨਹੀਂ ਕਰਦੇ, ਜਿਹੜੇ ਬੰਦੇ ਇਹਦੇ ਨਾਲ ਜੁੜੇ ਹੋਏ ਨੇ ਜ਼ਮੀਨਾਂ ਨਾਲ, ਉਹਨਾਂ ਨੂੰ ਵੀ ਸਰਟੀਫਿਕੇਟ ਵੀ ਨਹੀਂ ਤਕਰੀਬਨ ਦਿੱਤੇ ਜਾਂਦੇ ਜੀ। ਬਿਲਕੁਲ ਸਰ, ਖਰਚਾ ਕਿੰਨਾ ਕੁ ਆਉਂਦਾ ਇਸ ਫਸਲ ਦੇ ਉੱਪਰ? ਕਿਉਂਕਿ ਕਾਫੀ ਕਾਸਟਲੀ ਜਿਹੜੀ
ਖੇਤੀ ਹੈ ਜਿਹੜੀ ਇਹ ਕਹਿ ਇਸ ਫਰਸ਼ ਤੇ ਜਿਹੜੀ ਪਿਆਜ਼ ਵਾਲੀ ਫਸਲ ਹੈ ਜੀ, ਸਟੋਰ ਲਾ ਕੇ ਸਾਰਾ ਵਿੱਚ ਲੇਬਰ ਲਾ ਕੇ ਜੀ 1.5 ਲੱਖ ਰੁਪਏ ਲਗਭਗ ਖਰਚਾ, 5000 10 ਉੱਤੇ ਹੋ ਸਕਦਾ, ਥੱਲੇ ਹੋ ਸਕਦੀ। ਏਕੜ ਦੇ ਉੱਪਰ? ਹਾਂਜੀ, ਇੱਕ ਏਕੜ ਦੇ ਜੀ। ਪਿਆਜ਼ ਕਾਫੀ ਕੋਸਟਲੀ ਹੁੰਦਾ ਹੈ, ਰੱਖਣਾ ਬਹੁਤ ਔਖਾ ਜੀ। ਉਹਨੂੰ ਫਲੋਰ ਬਣਾ ਕੇ ਪੱਖੇ ਨਾਲ ਪਿਆਜ਼ ਰੱਖਣਾ ਸਾਰੀ ਚੀਜ਼ ਤੋਂ ਔਖਾ। ਅੱਛਾ, ਹੁਣ ਫਿਰ ਬੀਜ ਜਿਹੜਾ ਤੁਸੀਂ ਹੁਣ ਤਿਆਰ ਕਰ ਰਹੇ ਹੋਗੇ, ਕਿੰਨੇ ਚਿਰ ਬਾਅਦ ਮਤਲਬ ਕਿ ਦੁਬਾਰਾ ਫਿਰ ਇਹ ਜਿਹੜੀ ਕਿੰਨੀ ਕੁ ਮਿਹਨਤ ਇਹਦੇ ਉੱਪਰ ਆਉਂਦੀ ਆ, ਇਸ ਤੋਂ ਬਾਅਦ ਕਦੋਂ ਮਤਲਬ ਕਿ ਅੱਗੇ ਮਾਰਕੀਟ ਦੇ ਵਿੱਚ ਵੇਚਣ ਲਈ ਰੈਡੀ ਕਰ ਦਿੰਦੇ ਹੋ? ਇਹਨੂੰ ਸਰ ਹੁਣ ਅਸੀਂ ਸੁਕਾਵਾਂਗੇ ਘਰੇ ਜਾ ਕੇ, ਬਾਕੀ ਲੇਬਰ ਉਰੇ 2 ਬੜੀਆਂ ਘਰੇ ਰੱਖਾਂਗੇ, ਸੁਕਾ ਕੇ ਸਮਾਰ ਕੇ ਫਿਰ ਕੱਢਾਂਗੇ। ਫਿਰ ਕੱਢ ਕੇ ਅਸੀਂ ਇਹਦੀ 3 ਵਾਰ ਜਰਮੀਨੇਸ਼ਨ ਚੈੱਕ ਕਰਾਂਗੇ। ਉਸ ਤੋਂ ਬਾਅਦ ਫਿਰ ਸਾਡਾ 10ਵੇਂ ਮਹੀਨੇ 'ਚ ਸਾਡੇ ਨਾਲ ਜਿਹੜੇ ਕਿਸਾਨ ਵੀਰ ਸਾਡੇ ਜੁੜੇ ਹੋਏ ਨੇ ਉਹਨਾਂ ਨੂੰ ਅਸੀਂ ਦੇ ਦਿੰਦੇ ਹਾਂ। ਕੁਛ ਅਸੀਂ ਆਪ ਮਤਲਬ ਕਿ ਬੀਜਦੇ ਖੇਤ 3-4 ਕਿੱਲੇ ਪਨੀਰੀ ਦੇ ਔਲਖ ਸਾਹਿਬ ਲਾਉਂਦੇ ਨੇ, ਮੈਂ ਲਾਉਣਾ ਜੀ, ਤੇ ਬਾਕੀ ਕਿਸਾਨਾਂ ਨੂੰ ਦੇ ਦਿੰਦੇ ਅਸੀਂ। ਇਸ ਦੇ ਵਿੱਚੋਂ ਇੱਕ ਤਾਂ ਬੀਜ ਪਹਿਲਾਂ ਹੀ ਜਿਵੇਂ ਤੁਸੀਂ ਦਿਖਾਇਆ ਹੱਥ ਦੇ ਉੱਪਰ ਕੱਢ ਕੇ ਪਹਿਲਾਂ ਹੀ ਕੱਟ ਨਿਕਲਿਆ, ਜਦੋਂ ਘਰ ਦੁਬਾਰਾ ਫਿਰ ਸੰਟੀ ਹੁੰਦੀ ਆ, ਫਿਰ ਉਸ ਤੋਂ ਬਾਅਦ ਵੀ ਫਿਰ ਜਿਹੜਾ ਕਮਜ਼ੋਰ ਦਾਣਾ ਜਾਂ ਕੁਝ ਹੋਰ ਚੀਜ਼ ਬੀਜ ਉਹ ਵੀ ਕੱਢੇ? ਉਹ ਬਹੁਤ ਨਿਕਲਦਾ ਰਹਿੰਦਾ ਜੀ, ਪਾਣੀ ਨਾਲ ਕੱਢਦੇ ਹਾਂ। ਜਿੰਨਾ ਅਸੀਂ ਕਿਸਾਨਾਂ ਨੂੰ ਮਤਲਬ ਕਿ ਵਧੀ ਟੌਪਰ ਵੀ ਦੇ ਰਹੇ ਹਾਂ ਜੀ, ਜਿਹੜਾ ਵੀ ਦਿੰਦੇ ਹਾਂ ਵੀ ਕੋਈ ਜਾ ਕੇ ਦਿੱਕਤ ਨਾ ਆਵੇ ਕਿਸੇ ਨੂੰ। ਹਾਂਜੀ, ਆਪਦੇ ਕੋਲ ਅਸੀਂ ਪੂਰੀ ਮਿਹਨਤ ਕਰਦੇ ਹਾਂ। ਇਸੇ ਤਰ੍ਹਾਂ ਗੋਭੀ ਦਾ, ਚੌਲਿਆਂ ਦਾ ਪਹਿਲਾਂ ਉਹਦੀ ਜਰਮੀਨੇਸ਼ਨ ਚੈੱਕ ਕਰਕੇ ਟੈਸਟ ਕਰਕੇ ਫਿਰ ਦੇ ਰਹੇ ਹਾਂ ਜੀ। ਬਿਲਕੁਲ, ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਜਿਹੜਾ ਕਿਸਾਨ ਹੈ ਉਹ ਹਮੇਸ਼ਾ ਹੀ ਮੁਸ਼ਕਲਾਂ ਦੇ ਵਿੱਚ ਘਿਰਿਆ ਰਹਿੰਦਾ ਹੈ। ਸਰਕਾਰਾਂ ਤੋਂ ਉਮੀਦ ਕਰਦਾ ਹੈ ਕਿ ਉਸ ਲਈ ਕੁਝ ਵਧੀਆ ਲੈ ਕੇ ਆਉਣ ਸਰਕਾਰਾਂ, ਕਿਉਂਕਿ ਪਹਿਲਾਂ ਹੀ ਦਿੱਲੀ ਦੇ ਬਾਰਡਰਾਂ ਦੇ ਉੱਪਰ MSP ਦੀ ਲੜਾਈ ਜਿਹੜੀ ਕਿਸਾਨ ਲੜਦਾ ਰਿਹਾ, ਝੋਨੇ ਕਣਕ ਦੇ ਚੱਕਰਾਂ 'ਚੋਂ ਬਾਹਰ ਨਿਕਲਦੇ ਲਈ ਉਹ MSP ਨਹੀਂ ਮਿਲੀ। ਪਰ ਹੁਣ ਪੰਜਾਬ ਦੇ ਵਿੱਚ ਸਰਕਾਰ ਬਦਲੀ ਆ, ਨਵੀਂ ਸਰਕਾਰ ਆਈ ਹੈਗੀ, ਤਾਂ ਉਹ ਸਰਕਾਰ ਕਿਸਾਨਾਂ ਦੇ ਲਈ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰ ਰਹੀ ਆ। ਐਲਾਨ ਵੱਡੇ ਹੋ ਰਹੇ ਨੇ ਕਿ ਕੁਝ ਫਸਲਾਂ ਦੇ ਉੱਪਰ MSP ਜਿਹੜੀ ਦਿੱਤੀ ਜਾਏਗੀ, ਜਿਵੇਂ ਮੱਕੀ, ਬਾਜਰਾ, ਮੂੰਗੀ ਅਤੇ ਸੂਰਜਮੁਖੀ ਦੀ ਗੱਲ ਹੋ ਰਹੀ ਆ। ਪਰ ਜਿਹੜੇ ਕਿਸਾਨ ਵੈਜੀਟੇਬਲ ਕਰ ਰਹੇ ਨੇ ਜਾਂ ਹੋਰ ਖੇਤੀਆਂ ਕਰ ਰਹੇ ਨੇ ਜਿਨ੍ਹਾਂ ਨੂੰ ਨੁਕਸਾਨ, ਜਿਵੇਂ ਹੁਣ ਪਿਆਜ਼ ਦੀ ਜਿਹੜੀ ਖੇਤੀ ਆ, ਕਿਉਂਕਿ ਇੱਕ ਅਲੱਗ ਤਰ੍ਹਾਂ ਦਾ ਜਿਹੜਾ ਇਹ ਕਹਿ ਸਕਦੇ ਆ ਇੱਕ ਤਜਰਬਾ ਹੈ ਕਿਸਾਨ ਦਾ, ਜਿਹੜਾ ਉਹ ਆਪਣੇ ਖੇਤ ਦੇ ਵਿੱਚ ਕਰ ਰਿਹਾ। ਭਾਵੇਂ ਕਿ ਪਹਿਲਾਂ ਸਮੇਂ ਦੇ ਵਿੱਚ ਇਹਨਾਂ ਨੂੰ ਮੁਨਾਫਾ ਹੋਇਆ, ਪਰ ਜਦੋਂ ਨੁਕਸਾਨ ਹੋਇਆ ਤਾਂ ਉਹ ਵੱਡੇ ਪੱਧਰ ਦੇ ਉੱਪਰ ਹੋਇਆ। ਇਸ ਵਾਰ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਨੁਕਸਾਨ ਹੋਇਆਗਾ। ਕਣਕ ਦੀ ਫਸਲ ਦਾ ਝਾੜ ਜਿਹੜਾ ਘੱਟ ਨਿਕਲਿਆ, ਪਰ ਨਾਲ ਦੀ ਨਾਲ ਜਿਹੜੀ ਇਸ ਪਿਆਜ਼ ਦੀ ਜਿਹੜੀ ਫਸਲ ਹੈ, ਜਿਹੜਾ ਬੀਜ ਤਿਆਰ ਕਰਨ ਦਾ, ਜਿਵੇਂ ਕਿ ਦੱਸਿਆ ਕਿ ਇਸ ਦੀ ਫਸਲ ਵੀ ਗਰਮੀ ਦੀ ਮਾਰ ਪਈ ਹੈ। ਗਰਮੀ ਹੋਣ ਦੇ ਚੱਲਦੇ, ਗਰਮੈਸ਼ ਜ਼ਿਆਦਾ ਹੋਣ ਦੇ ਚੱਲਦੇ ਜਿਹੜਾ ਇਸ ਦੇ ਵਿੱਚ ਜਿਹੜਾ ਇਹ ਫੁੱਲ ਦੇ ਵਿੱਚ ਬੀਜ ਨੇ ਪੈਦਾ ਹੋਣਾ ਸੀ, ਉਹ ਬੀਜ ਹੈ ਜਿਹੜਾ ਉਹ ਉਸ ਤਰੀਕੇ ਦੇ ਨਾਲ ਨਹੀਂ ਬਣ ਪਾਇਆ। ਹੁਣ ਕਿਸਾਨ ਮੰਗ ਕਰ ਰਹੇ ਨੇ ਕਿ ਇਸ ਵੱਲ ਵੀ ਸਰਕਾਰਾਂ ਨੂੰ, ਕੇਂਦਰ ਸਰਕਾਰ ਨੂੰ, ਪੰਜਾਬ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ। ਖੇਤੀ ਦੇ ਲਈ ਅਲੱਗ ਤੋਂ ਜਿਹੜਾ ਬਜਟ ਰੱਖਿਆ ਜਾਂਦਾ, ਉਸ ਬਜਟ ਦੇ ਵਿੱਚ ਇਹ ਚੀਜ਼ਾਂ ਵੀ ਰੱਖੀਆਂ ਹੋਣੀਆਂ ਚਾਹੀਦੀਆਂ ਨੇ ਕਿ ਇੱਕ ਬੀਮਾ ਹੋ ਜੇ ਫਸਲ ਦਾ, ਜਿਹੜੀ ਕਿਸਾਨ ਕਰਦਾ ਉਸ ਦੀ ਫਸਲ ਦਾ ਇੱਕ ਬੀਮਾ ਹੋਵੇ ਕਿ ਅਗਰ ਉਸ ਦਾ ਨੁਕਸਾਨ ਹੁੰਦਾ ਕੁਦਰਤੀ ਤੌਰ ਦੇ ਉੱਪਰ, ਤਾਂ ਉਸ ਦੀ ਜਿਹੜੀ ਭਰਪਾਈ ਹੈ, ਨੁਕਸਾਨ ਦੀ ਭਰਪਾਈ ਜਿਹੜੀ ਕੀਤੀ ਜਾ ਸਕੇ। ਬਲਵੰਤ ਸਿੰਘ ਵਿੱਕੀ, ਪੰਜਾਬ ਤੱਕ, ਸੰਗਰੂਰ।